ਜਦੋਂ ਅਸੀਂ ਸੁਪਰ ਵੀਜ਼ੇ ਦੀ ਗੱਲਬਾਤ ਕਰਦੇ ਹਾਂ ਤਾਂ ਅੱਜ ਕੱਲ੍ਹ ਸਾਰੇ ਜਿਹੜੇ ਟੈਕਸ ਭਰਨ ਤੋਂ ਬਾਅਦ ਸੋਚਦੇ ਆ ਕਿ ਸੁਪਰ ਵੀਜ਼ੇ ਦੇ ਉੱਪਰ ਮਾਪਿਆਂ ਨੂੰ ਸੱਦੀਏ ਤਾਂ ਉਹਦੇ 'ਚ ਇੰਸ਼ੋਰੈਂਸ ਬੜੀ ਮਹੱਤਵਪੂਰਨ ਚੀਜ਼ ਆ ਜਾਂਦੀ ਹੈ। ਤਾਂ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਉਸ ਸਮੇਂ ਰੱਖਣਾ ਚਾਹੀਦਾ? ਸੁਪਰ ਵੀਜ਼ਾ ਐਪਲੀਕੇਸ਼ਨ ਜਦੋਂ ਆਪਾਂ ਲਗਵਾਉਂਦੇ ਆ ਤਾਂ IRCC ਵੱਲੋਂ ਮੈਂਡੇਟਰੀ ਰਿਕੁਆਇਰਮੈਂਟ ਹੈ ਕਿ 1 ਲੱਖ ਦੀ ਕਵਰੇਜ ਚਾਹੀਦੀ ਹੈ ਤੇ 1 ਸਾਲ ਲਈ ਚਾਹੀਦੀ ਹੈ। ਸੋ ਇਹ ਵਾਲੀ ਰਿਕੁਆਇਰਮੈਂਟ ਨੂੰ ਪੂਰਾ ਕਰਨ ਲਈ ਆਪਾਂ ਨੂੰ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ। ਤਾਂ ਇੰਡੀਆ ਤੋਂ ਕਰਵਾਉਣਾ ਚਾਹੀਦਾ ਹੈ ਜਾਂ ਇੱਥੋਂ ਕਰਵਾਈਏ ਤਾਂ ਬੈਟਰ ਹੈ? ਜੇ ਇੱਥੋਂ ਕਰਵਾਉਣੇ ਤਾਂ ਉਹਦੇ ਬੈਨੀਫਿਟਸ ਕੀ ਰਹਿੰਦੇ ਨੇ? ਹੁਣ ਜੇ ਆਪਾਂ ਦੇਖਾਂਗੇ ਨਾ ਲਾਈਕ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਦੇਖਾਂਗੇ ਉੱਥੇ ਸਪੈਸ਼ਲੀ ਮੈਂਸ਼ਨ ਕੀਤਾ ਹੋਇਆ IRCC ਨੇ ਕਿ ਜਿਹੜੀ ਕਵਰੇਜ ਚਾਹੀਦੀ ਆ ਉਹ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਤੋਂ ਚਾਹੀਦੀ। ਇੰਸ਼ੋਰੈਂਸ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਇੰਸ਼ੋਰੈਂਸ ਇੱਥੋਂ ਦੇ ਜੀਵਨ ਦੇ ਵਿੱਚ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਗਾ। ਉਹ ਬੇਸ਼ੱਕ ਕਿਸੇ ਨੇ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਦੇ ਉੱਪਰ ਸੱਦਣਾ ਜਾਂ ਅਸੀਂ ਬਿਜ਼ਨੈਸਿਸ ਦੇ ਨਾਲ ਸੰਬੰਧਿਤ ਕਾਰਪੋਰੇਟ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ। ਸੋ ਇਹਦੇ ਲਈ ਅਸੀਂ ਥਿੰਕ ਇੰਸ਼ੋਰੈਂਸ 'ਤੇ ਪਹੁੰਚੇ ਹਾਂ। ਗੱਲਬਾਤ ਕਰਾਂਗੇ ਤੇ ਜਾਣਾਂਗੇ ਆਖਰਕਾਰ ਇੰਸ਼ੋਰੈਂਸ ਕਰਾਉਣ ਵੇਲੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਅਰਸ਼ਜੀਤ, ਤੁਹਾਨੂੰ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਥਿੰਕ ਇੰਸ਼ੋਰੈਂਸ ਦੀ ਸਾਰੀ ਟੀਮ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜਦੋਂ ਅਸੀਂ ਸੁਪਰ ਵੀਜ਼ੇ ਦੀ ਗੱਲਬਾਤ ਕਰਦੇ ਹਾਂ ਤਾਂ ਅੱਜ ਕੱਲ੍ਹ ਸਾਰੇ ਜਿਹੜੇ ਟੈਕਸ ਭਰਨ ਤੋਂ ਬਾਅਦ ਸੋਚਦੇ ਆ ਕਿ ਸੁਪਰ ਵੀਜ਼ੇ ਦੇ ਉੱਪਰ ਮਾਪਿਆਂ ਨੂੰ ਸੱਦੀਏ ਤਾਂ ਉਹਦੇ 'ਚ ਇੰਸ਼ੋਰੈਂਸ ਬੜੀ ਮਹੱਤਵਪੂਰਨ ਚੀਜ਼ ਆ ਜਾਂਦੀ ਹੈ। ਤਾਂ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਉਸ ਸਮੇਂ ਰੱਖਣਾ ਚਾਹੀਦਾ? ਹਾਂਜੀ, ਸੋ ਸੁਪਰ ਵੀਜ਼ਾ ਲਗਵਾਉਣ ਲਈ ਲਾਈਕ ਸੁਪਰ ਵੀਜ਼ਾ ਐਪਲੀਕੇਸ਼ਨ ਜਦੋਂ ਆਪਾਂ ਲਗਵਾਉਂਦੇ ਆ ਤਾਂ IRCC ਵੱਲੋਂ ਮੈਂਡੇਟਰੀ ਰਿਕੁਆਇਰਮੈਂਟ ਹੈ ਕਿ 1 ਲੱਖ ਦੀ ਕਵਰੇਜ ਚਾਹੀਦੀ ਹੈ ਤੇ 1 ਸਾਲ ਲਈ ਚਾਹੀਦੀ ਹੈ। ਸੋ ਇਹ ਵਾਲੀ ਰਿਕੁਆਇਰਮੈਂਟ ਨੂੰ ਪੂਰਾ ਕਰਨ ਲਈ ਆਪਾਂ ਨੂੰ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ। ਸੋ ਜੇ ਆਪਾਂ ਪ੍ਰਾਈਸ ਦੀ ਗੱਲ ਕਰ ਲਈਏ, ਜੇ ਪੇਰੈਂਟਸ ਦੀ ਏਜ 60 ਸਾਲ ਤੋਂ ਘੱਟ ਆ ਅਤੇ ਉਹ ਕੋਈ ਦਵਾਈ ਨਹੀਂ ਲੈਂਦੇ ਤਾਂ ਪੂਰੇ ਸਾਲ ਦੀ ਅਮਾਊਂਟ ਬਣਦੀ ਹੈ $1029 ਅਤੇ ਮੰਥਲੀ ਬਣਦੇ ਆ $85। ਸੋ ਇਹ ਕੰਪਨੀ ਟੂ ਕੰਪਨੀ ਡਿਪੈਂਡ ਕਰਦਾ ਹੈਗਾ। ਬੇਸਿਕਲੀ ਸੁਪਰ ਵੀਜ਼ਾ ਦੇ ਵਿੱਚ ਜਿਹੜੀਆਂ ਧਿਆਨ ਰੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਕਿ ਕਦੋਂ ਪੇਰੈਂਟਸ ਲੈਂਡ ਕਰ ਰਹੇ ਆ, ਸਟਾਰਟ ਕਦੋਂ ਹੋਊਗੀ, ਕਿਉਂਕਿ ਜਦੋਂ ਆਪਾਂ ਐਪਲੀਕੇਸ਼ਨ ਲਗਵਾ ਰਹੇ ਹਾਂ ਸੋ ਉਦੋਂ ਤਾਂ ਪੇਰੈਂਟਸ ਇੱਕੋ ਦਮ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਸਟਾਰਟ ਨਹੀਂ ਕਰਵਾ ਸਕਦੇ। ਸੋ ਕਈ ਵਾਰ ਕੀ ਹੁੰਦਾ ਕਿ 2 ਵੀਕਸ ਵਿੱਚ ਆ ਜਾਂਦਾ ਸੁਪਰ ਵੀਜ਼ਾ, ਬਟ ਸਮ ਟਾਈਮਸ 1.5-2 ਮਹੀਨੇ ਵੀ ਲੱਗ ਰਹੇ, ਸਪੈਸ਼ਲੀ ਜੇ ਆਪਾਂ ਹੁਣੀ ਸਟ੍ਰਾਈਕ ਦੀ ਗੱਲ ਕਰ ਲਈਏ ਤਾਂ। ਸੋ ਜੋ ਵੇਟਿੰਗ ਪੀਰੀਅਡ ਹੁੰਦਾ ਜੇ ਆਪਾਂ ਉਹਦੇ ਤੋਂ ਬਚਣਾ ਹੈ, ਕੰਪਨੀ ਕਿਉਂਕਿ ਕਹਿੰਦੀ ਹੈ ਕਿ ਅਸੀਂ ਕਵਰੇਜ ਨਹੀਂ ਕਰਾਂਗੇ ਉਹਨਾਂ ਟਾਈਮ, ਤਾਂ ਇਸ ਚੀਜ਼ ਤੋਂ ਆਪਾਂ ਇਸ ਲਈ ਬਚ ਸਕਦੇ ਹਾਂ ਕਿ ਆਪਣੀ ਜੋ ਲੈਂਡਿੰਗ ਡੇਟ ਹੈ ਪੇਰੈਂਟਸ ਦੀ ਅਤੇ ਜੋ ਆਪਣੀ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਇਫੈਕਟਿਵ ਡੇਟ ਹੈ ਉਹ ਆਪਾਂ ਧਿਆਨ ਰੱਖੀਏ ਕਿ ਉਹਦੇ ਵਿੱਚ ਕੋਈ ਗੈਪ ਨਾ ਹੋਵੇ। ਜੇ ਉਹਦੇ ਵਿੱਚ ਕੋਈ ਗੈਪ ਹੁੰਦਾ ਤਾਂ ਵੇਟਿੰਗ ਪੀਰੀਅਡ ਕਿਕ ਇਨ ਹੋ ਜਾਂਦਾ ਅਤੇ ਉਹ ਡਿਪੈਂਡ ਕਰਦਾ ਕੰਪਨੀ ਟੂ ਕੰਪਨੀ, ਕਿਸੇ ਦਾ 5 ਦਿਨ ਵੀ ਹੈ, ਕਿਸੇ ਦਾ 7 ਦਿਨ ਵੀ ਹੈ। ਸੋ ਮਿਨੀਮਮ 48 ਆਵਰਸ ਹੁੰਦਾ ਅਤੇ ਇੱਕ ਕੰਪਨੀ ਹੈ ਕਿ ਜਿਹੜੀ ਕਹਿੰਦੀ ਹੈ ਕਿ ਚਲੋ ਅਸੀਂ 24 ਆਵਰਸ ਤੋਂ ਬਾਅਦ ਇੰਜਰੀ ਕਵਰ ਕਰ ਲਾਂਗੇ, ਬਟ ਓਵਰਆਲ ਫੁੱਲ ਕਵਰੇਜ ਲਈ ਉਹਨਾਂ ਦਾ ਵੀ 48 ਆਵਰਸ ਹੈ। ਸੋ ਬੇਸਿਕਲੀ ਆਪਾਂ ਨੂੰ ਇਹ ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਾਂ ਲਾਈਕ ਇਨਕਨਵੀਨੀਅੰਸ ਇੱਕ ਕਹਿ ਸਕਦੇ ਹਾਂ ਵੀ ਉਸ ਤੋਂ ਬਚ ਸਕਦੇ ਹਾਂ, ਕਵਰੇਜ ਤੋਂ ਵਾਂਝੇ ਨਹੀਂ ਰਹਾਂਗੇ, ਇੱਕ ਵੈਲ ਇਨਫੋਰਮਡ ਡਿਸੀਜ਼ਨ ਲੈ ਸਕਦੇ ਹਾਂ। ਇੱਕ ਜਿਹੜੀ ਗੱਲਬਾਤ ਨਾਲੋਂ ਨਾਲ ਚੱਲਦੀ ਰਹਿੰਦੀ ਹੈ ਕਿ ਬਹੁਤ ਲੋਕ ਕਹਿੰਦੇ ਕਿ ਇੰਡੀਆ ਤੋਂ ਕਰਵਾ ਲੈਣਾ ਚਾਹੀਦਾ, ਤਾਂ ਇੰਡੀਆ ਤੋਂ ਕਰਵਾਉਣਾ ਚਾਹੀਦਾ ਜਾਂ ਇੱਥੋਂ ਕਰਵਾਈਏ ਤਾਂ ਬੈਟਰ ਹੈ? ਜੇ ਇੱਥੋਂ ਕਰਵਾਉਣੇ ਤਾਂ ਉਹਦੇ ਬੈਨੀਫਿਟਸ ਕੀ ਰਹਿੰਦੇ ਨੇ? ਠੀਕ ਹੈ ਜੀ, ਹੁਣ ਜੇ ਆਪਾਂ ਦੇਖਾਂਗੇ ਨਾ ਲਾਈਕ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਦੇਖਾਂਗੇ ਉੱਥੇ ਸਪੈਸ਼ਲੀ ਮੈਂਸ਼ਨ ਕੀਤਾ ਹੋਇਆ IRCC ਨੇ ਕਿ ਜਿਹੜੀ ਕਵਰੇਜ ਚਾਹੀਦੀ ਆ ਉਹ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਤੋਂ ਚਾਹੀਦੀ ਹੈ। ਵਿੱਚ ਉਹਨਾਂ ਨੇ ਥੋੜ੍ਹਾ ਟਾਈਮ ਰੂਲ ਚੇਂਜ ਕੀਤਾ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਐਨੂਅਲ ਹੀ ਚਾਹੀਦੀ ਆ ਕਿਉਂਕਿ ਮੰਥਲੀ ਨਹੀਂ ਹੋਊਗੀ। ਜਿਹੜਾ ਉਹ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਦਾ ਟਾਈਮ ਪੀਰੀਅਡ ਸੀ ਨਾ ਉਹਦੇ ਵਿੱਚ ਕੁਝ ਚੇਂਜਿਸ ਆਈਆਂ ਸੀਗੀਆਂ ਜਦੋਂ ਕਿ ਮੰਥਲੀ ਅਲਾਊਡ ਨਹੀਂ ਸੀ, ਬਟ ਹੁਣ ਦਸੰਬਰ ਔਨਵਰਡਸ ਉਹਨਾਂ ਦੀ ਰੂਲਸ ਵਿੱਚ ਚੇਂਜ ਆਇਆ। ਸੋ ਉਦੋਂ ਆਪਾਂ ਦੇਖਾਂਗੇ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ। ਬਟ ਜੇ ਆਪਾਂ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਉਹ ਹੋ ਸਕਦਾ ਕਿ ਆਪਾਂ ਇੰਡੀਆ ਤੋਂ ਲੈ ਕੇ ਆਉਂਦੇ ਹਾਂ। ਸੋ ਉਹਦਾ ਡਰਾਬੈਕ ਇਹ ਆ ਅਰਸ਼ ਜੀ ਕਿ ਉਹਦਾ ਕਲੇਮ ਉਦੋਂ ਹੀ ਪ੍ਰੋਸੈਸ ਹੋਣਾ ਜਦੋਂ ਆਪਾਂ ਇੰਡੀਆ ਜਾਵਾਂਗੇ, ਉੱਥੇ ਹੀ ਜਾ ਕੇ ਰੀਇੰਬਰਸਮੈਂਟ ਹੋਣੀ ਹੈ, ਇੱਥੇ ਕੰਪਨੀ ਨੇ ਕੁਝ ਨਹੀਂ ਕਰਨਾ। ਸੋ ਇਹ ਵਾਲੀਆਂ ਚੀਜ਼ਾਂ ਦਾ ਡਿਫਰੈਂਸ ਆ ਜਾਂਦਾ ਜੇ ਆਪਾਂ ਕਿਸੇ ਹੋਰ ਕੰਟਰੀ ਤੋਂ ਜਾਂ ਕਿਤੋਂ ਲਾਈਕ ਜਿੱਥੇ ਆਪਾਂ ਨਹੀਂ ਹੈਗੇ ਉੱਥੋਂ ਇੰਸ਼ੋਰੈਂਸ ਨਹੀਂ ਲਈ ਹੋਈ ਆ। ਵਾਕਈ ਇੰਸ਼ੋਰੈਂਸ ਹਰ ਵਿਅਕਤੀ ਨੂੰ ਚਾਹੀਦਾ, ਪਰ ਜੇ ਉਹ ਥਿੰਕ ਇੰਸ਼ੋਰੈਂਸ 'ਤੇ ਆਵੇ ਤਾਂ ਕੀ ਬੈਨੀਫਿਟ ਉਹਨੂੰ ਜਿਹੜੇ ਉਹ ਮਿਲਣਗੇ? ਬਿਲਕੁਲ ਜੀ, ਜੇ ਆਪਾਂ ਥਿੰਕ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਇੰਸ਼ੋਰੈਂਸ ਇੰਡਸਟਰੀ ਵਿੱਚ ਕਹਿੰਦੇ ਆ ਕਿ ਓਲਾ ਚੱਕਣ ਵਾਲਿਆਂ ਦੇ ਨਾਮ ਵਿੱਚ ਹਮੇਸ਼ਾ ਮੈਂਸ਼ਨ ਕੀਤਾ ਜਾਂਦਾ thinkinsurance.ca 'ਤੇ ਜਾ ਕੇ ਆਪਾਂ ਆਪਣੀ ਡੇਟ ਆਫ ਬਰਥ ਪਾ ਕੇ ਸਾਰੀਆਂ ਕੰਪਨੀਜ਼ ਉੱਥੇ ਆ ਜਾਂਦੀਆਂ, ਆਪਾਂ ਕੰਪੇਅਰ ਕਰ ਸਕਦੇ ਹਾਂ, ਆਪਾਂ ਨੂੰ ਪਲਾਨ ਡੀਟੇਲਸ ਮਿਲ ਜਾਂਦੀਆਂ। ਸੋ ਜੇ ਕਮਿਊਨਿਟੀ ਨੂੰ ਫਾਇਦਾ ਹੋਇਆ ਜਾਂ ਕਮਿਊਨਿਟੀ ਨੌਲੇਜ ਬੇਸਡ ਡਿਸੀਜ਼ਨ ਬਣਾ ਰਹੀ ਹੈ ਅੱਜ ਕੱਲ੍ਹ ਵੀ ਉਹਨਾਂ ਨੂੰ ਪਤਾ ਉਹ ਕਿਹੜੀ ਚੀਜ਼ ਲੈ ਰਹੀ ਹੈ, ਕਿਉਂ ਲੈ ਰਹੀ ਹੈ, ਕਿੱਥੇ ਕੰਮ ਆਊਗੀ, ਤਾਂ ਉੱਥੇ ਮਿਸਟਰ ਪਰਮਿੰਦਰ ਸਿੰਘ ਥਿੰਦ ਦਾ ਜ਼ਿਕਰ ਜ਼ਰੂਰ ਹੁੰਦਾ। ਸੋ ਇੱਕ ਗੁਰਬਾਣੀ ਦਾ ਜਿੱਦਾਂ ਵਿਚਾਰ ਹੈ ਕਿ ਮਨ ਨੀਵਾਂ ਮੱਤ ਉੱਚੀ। ਸੋ ਵੈਰੀ ਡਾਊਨ ਟੂ ਅਰਥ ਪਰਸਨੈਲਿਟੀ ਜਿਨ੍ਹਾਂ ਨੇ ਆਪਣੀ ਉੱਚੀ ਸੁੱਚੀ ਸੋਚ ਨਾਲ ਕਮਿਊਨਿਟੀ ਨੂੰ 12 ਵਰ੍ਹਿਆਂ ਤੋਂ ਵਧੀਆ ਸਰਵਿਸਿਜ਼ ਦੇ ਰਹੇ ਆ। ਅਤੇ ਸਿਰਫ ਕਮਿਊਨਿਟੀ ਦਾ ਭਲਾ ਹੀ ਨਹੀਂ, ਜਿਵੇਂ ਉਹ ਕਹਿੰਦੇ ਆ ਨਾ ਗੁਰਬਾਣੀ ਕਹਿੰਦੀ ਹੈ ਕਿ ਜੋ ਪਾਖਾਨ ਨਾਵ ਚੜ੍ਹ ਤਰੈ
ਪ੍ਰਾਣੀ ਗੁਰਚਰਨ ਲਖਤ ਨਿਸਤਰ ਹੈ ਕਿ ਜਿਵੇਂ ਪੱਥਰ ਵੀ ਨਾਵ ਚੜ੍ਹ ਕੇ ਹੈ ਨਾ ਬੋਟ ਵਿੱਚ ਚੜ੍ਹ ਕੇ ਕਿਸ਼ਤੀ ਚੜ੍ਹ ਕੇ ਤਰ ਜਾਂਦੇ ਆ, ਉਵੇਂ ਇਕੱਲੇ ਕਮਿਊਨਿਟੀ ਹੀ ਨਹੀਂ, ਜੋ ਹੋਰ ਐਡਵਾਈਜ਼ਰਸ ਆ ਉਹ ਵੀ ਉਹਨਾਂ ਦੇ ਫੁੱਟ ਸਟੈਪਸ ਨੂੰ ਫੋਲੋ ਕਰਕੇ ਅਕੋਰਡਿੰਗਲੀ ਚੇਂਜਸ ਲੈ ਕੇ ਆਪਣੀ ਵੈਬਸਾਈਟ ਵਿੱਚ ਜਾਂ ਉੱਦਾਂ ਸਰਵਿਸਿਜ਼ ਦੇਖ ਕੇ ਹੈ ਨਾ ਫੁੱਟ ਸਟੈਪਸ 'ਤੇ ਚੱਲ ਰਹੇ ਨੇ। ਸੋ ਕਮਿਊਨਿਟੀ ਵੀ ਨੇ ਵੀ ਮਾਣ ਬਖਸ਼ਿਆ ਹੈਗਾ। ਜੇ ਆਪਾਂ ਗੱਲ ਕਰੀਏ ਕਿ 1% ਵਿੱਚ MDRT $1 ਮਿਲੀਅਨ ਰਾਊਂਡ ਟੇਬਲ ਵਿੱਚ ਹੈ, ਤੇ ਉਹ ਵੀ ਟੌਪ ਆਫ ਦਾ ਟੇਬਲ। ਜੇ ਆਪਾਂ ਮੈਂਬਰ ਦੀ ਗੱਲ ਕਰੀਏ, ਜਿਵੇਂ ਇੱਕ ਆਪਾਂ ਮੈਚ ਦੇਖਣ ਜਾਂਦੇ ਹਾਂ ਹੈ ਨਾ, ਤਾਂ ਜੋ ਦਰਸ਼ਕ ਹੁੰਦੇ ਆ ਉਹ ਹੁੰਦੇ ਆ ਮੈਂਬਰ ਆਫ ਦਾ MDRT। ਸੋ ਆਪਾਂ ਗੱਲ ਕਰ ਰਹੇ ਹੈਗੇ ਆ 1% ਵਿੱਚ ਜਿਹੜੇ ਕਿ ਟੌਪ ਆਫ ਦਾ ਟੇਬਲ ਹੈ, ਨਾ ਕਿ ਸਿਰਫ ਕੋਟ ਆਫ ਦਾ ਟੇਬਲ ਤੇ ਮੈਂਬਰ ਦੀ। ਤਾਂ ਆਪਾਂ ਚਲੋ ਉਹ ਤਾਂ ਜਸਟ ਇੱਕ ਦਰਸ਼ਕ ਵਾਲੀ ਗੱਲ ਹੁੰਦੀ ਆ। ਤੇ ਜੇ ਹੁਣ ਵਿਸਾਖੀ ਸਪੈਸ਼ਲ ਦੀ ਗੱਲ ਕਰੀਏ ਤਾਂ ਬੈਸਟ ਪ੍ਰਾਈਸਿੰਗ ਸੀਗੀ ਥਿੰਕ ਇੰਸ਼ੋਰੈਂਸ ਕੋਲ ਪੂਰੇ ਕੈਨੇਡਾ ਵਿੱਚ। ਸੋ ਉੱਦਾਂ ਹੀ ਹੁਣ ਵੀ ਬੈਸਟ ਪ੍ਰਾਈਸਿੰਗ ਲਈ ਥਿੰਕ ਇੰਸ਼ੋਰੈਂਸ ਨੂੰ ਕੰਟੈਕਟ ਕਰ ਸਕਦੇ ਹੋ 6048287213। ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਰਸ਼ੇ। ਸੋ ਵਾਕਈ ਇੰਸ਼ੋਰੈਂਸ ਬੜਾ ਮਹੱਤਵਪੂਰਨ ਹੈ। ਥਿੰਕ ਇੰਸ਼ੋਰੈਂਸ ਵੱਲੋਂ ਵੀ ਬਹੁਤ ਲੰਮੇ ਸਮੇਂ ਤੋਂ ਸੇਵਾਵਾਂ ਜਿਹੜੀਆਂ ਉਹ ਕਮਿਊਨਿਟੀ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਸੋ ਵਾਕਈ ਇੰਸ਼ੋਰੈਂਸ ਦੇ ਸਮੇਂ ਸਹੀ ਰਾਏ ਤੇ ਸਲਾਹ ਦੇ ਲਈ ਸਹੀ ਵਿਅਕਤੀ ਕੋਲ ਹੀ ਜਾਣਾ ਚਾਹੀਦਾ ਹੈ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ।